Good morning, dear students. Students, today we will start our new topic is header files in C language. Header file is a file with extension .h. Header file ਕੀ ਆ ਇੱਕ ਫਾਈਲ ਦੀ ਤਰ੍ਹਾਂ ਹੀ ਆ ਜਿਹਦੀ extension ਕੀ ਹੁੰਦੀ ਆ ਸਾਡੇ ਕੋਲ .h which contain C function declarations and macro definitions to be shared between several source files. ਕਿ ਜਿਹੜੀ ਹੈਡਰ ਫਾਈਲ ਆ ਉਹਦੇ 'ਚ ਕੀ ਹੁੰਦੇ ਆ ਸਾਡੇ ਕੋਲ ਜੋ ਵੀ ਅਸੀਂ ਸੀ ਦੇ ਫੰਕਸ਼ਨ ਯੂਜ਼ ਕਰਦੇ ਹਾਂ ਮਤਲਬ ਉਹਨਾਂ ਫੰਕਸ਼ਨਸ ਦੀ ਡੈਕਲਾਰੇਸ਼ਨਸ ਹੁੰਦੀ ਆ ਅਤੇ ਹੋਰ ਵੀ ਉਹਨਾਂ ਨਾਲ ਦੀਆਂ ਰਿਲੇਟਡ ਜਿਹੜੀਆਂ ਡੈਫੀਨੇਸ਼ਨਸ ਨੇ ਮਤਲਬ ਉਹ ਜਿਹੜੀਆਂ ਡੈਫੀਨੇਸ਼ਨਸ ਨੇ ਉਹ ਮਤਲਬ ਜਦੋਂ ਵੀ ਅਸੀਂ ਆਪਣੀ ਫਾਈਲ ਨੂੰ ਕੋਈ ਵੀ ਪ੍ਰੋਗਰਾਮ ਕ੍ਰੀਏਟ ਕਰਦੇ ਹਾਂ ਅਤੇ ਉਹਨਾਂ ਦੇ ਵਿੱਚੋਂ ਯੂਜ਼ ਕਰਦੇ ਹਾਂ। ਦੇਰ ਆਰ ਟੂ ਟਾਈਪਸ ਆਫ ਹੈਡਰ ਫਾਈਲਸ ਕਿ ਸੀ ਦੇ ਵਿੱਚ ਦੋ ਤਰ੍ਹਾਂ ਦੀਆਂ ਸਾਡੇ ਕੋਲ ਹੈਡਰ ਫਾਈਲਸ ਨੇ। ਫਸਟ ਇਜ਼ ਦਾ ਫਾਈਲਸ ਦੈਟ ਦਾ ਪ੍ਰੋਗਰਾਮਰ ਰਾਈਟਸ, ਇੱਕ ਉਹ ਹੈਡਰ ਫਾਈਲ ਜਿਹੜੀ ਪ੍ਰੋਗਰਾਮਰ ਦੇ ਦੁਆਰਾ ਲਿਖੀ ਜਾਂਦੀ ਆ, ਐਂਡ ਦਾ ਫਾਈਲਸ ਦੈਟ ਕਮ ਵਿਦ ਯੂਅਰ ਕੰਪਾਈਲਰ, ਅਤੇ ਸੈਕਿੰਡ ਇਜ਼ ਜੋ ਕੰਪਾਈਲਰ ਨੇ ਯੂਜ਼ ਕਰਨੀਆਂ ਹੁੰਦੀਆਂ। ਯੂ ਰਿਕੁਐਸਟ ਟੂ ਯੂਜ਼ ਅ ਹੈਡਰ ਫਾਈਲ ਇਨ ਯੂਅਰ ਪ੍ਰੋਗਰਾਮ ਬਾਏ ਇਨਕਲੂਡਿੰਗ ਇਟ ਵਿਦ ਦਾ ਸੀ ਪ੍ਰੀ ਪ੍ਰੋਸੈਸਿੰਗ ਡਾਇਰੈਕਟਿਵ #include ਕਿ ਜਦੋਂ ਵੀ ਅਸੀਂ ਸੀ ਲੈਂਗੁਏਜ ਦੇ ਵਿੱਚ ਆਪਣੀਆਂ ਹੈਡਰ ਫਾਈਲਸ ਨੂੰ ਯੂਜ਼ ਕਰਨਾ ਵਾ ਤਾਂ ਕਿਹੜੇ ਸਿੰਬਲ ਦੇ ਨਾਲ ਉਹਨੂੰ ਸਟਾਰਟ ਕਰਦੇ ਹਾਂ, ਪ੍ਰੀ ਪ੍ਰੋਸੈਸਿੰਗ ਡਾਇਰੈਕਟਿਵ ਜਿਹੜਾ ਵਾ ਮਤਲਬ #include ਨੂੰ ਪ੍ਰੀ ਪ੍ਰੋਸੈਸਿੰਗ ਡਾਇਰੈਕਟਿਵ ਕਿਹਾ ਜਾਂਦਾ ਜਿਹਦੇ ਥਰੂ ਸਾਰੀ ਹੈਡਰ ਫਾਈਲ ਨੇ ਐਗਜ਼ੀਕਿਊਟ ਹੋਣਾ ਹੁੰਦਾ। ਲਾਈਕ ਯੂ ਹੈਵ ਸੀਨ ਇਨਕਲੂਜਨ ਆਫ stdio.h header file which comes along with your compiler. So this inclusion is done by using preprocessor directive #include ਕਿ ਜਿਵੇਂ ਅਸੀਂ stdio.h ਜਿਹੜੀ ਫਾਈਲ ਯੂਜ਼ ਕਰਨੀ ਆ ਤਾਂ ਉਹਦੇ ਵਾਸਤੇ ਜਿਹੜਾ ਪ੍ਰੀ ਪ੍ਰੋਸੈਸਰ ਡਾਇਰੈਕਟਿਵ ਆ ਉਹ ਕਿਹੜਾ ਯੂਜ਼ ਹੋਏਗਾ, #include। In C, preprocessors begin with #symbol. Consider the following example ਕਿ ਜਿਹੜਾ ਵੀ ਅਸੀਂ ਪ੍ਰੀ ਪ੍ਰੋਸੈਸਰ ਯੂਜ਼ ਕਰਨਾ, ਪ੍ਰੀ ਪ੍ਰੋਸੈਸਰ ਜਿਹੜੇ ਪਹਿਲਾਂ ਤੋਂ ਹੀ ਬਣੇ ਹੋਏ ਆ ਅਤੇ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਬਣਾਉਂਦੇ ਹਾਂ ਅਤੇ ਉਹਦੇ ਨਾਲ ਦੀਆਂ ਰਿਲੇਟਡ ਜਿਹੜੀਆਂ ਫਾਈਲਸ ਨੂੰ ਯੂਜ਼ ਕਰਨਾ ਅਤੇ ਉਹਨਾਂ ਨੂੰ ਐਗਜ਼ੀਕਿਊਟ ਕਰਨਾ, ਤਾਂ ਉਹ ਸਟਾਰਟਿੰਗ ਉਹਨਾਂ ਨੂੰ ਜਦੋਂ ਵੀ ਅਸੀਂ ਲਿਖਣਾ ਵਾ ਆਪਣੇ ਪ੍ਰੋਗਰਾਮ ਦੇ ਵਿੱਚ ਅਤੇ ਕਿਸ ਚੀਜ਼ ਨਾਲ ਲਿਖਣਾ, #include ਦੇ ਨਾਲ। ਉਸ ਤੋਂ ਬਾਅਦ ਜਿਹੜੀ ਵੀ ਅਸੀਂ ਆਪਣੀ ਫਾਈਲ ਯੂਜ਼ ਕਰਨਾ ਚਾਹੁੰਦੇ ਹਾਂ ਉਹ ਜਿਵੇਂ ਐਗਜ਼ਾਮਪਲ ਆ ਸਾਡੇ ਕੋਲ #include stdio.h ਐਂਗਲ ਬ੍ਰੈਕਟਸ ਦੇ ਵਿੱਚ ਲਿਖਿਆ ਹੋਇਆ stdio.h। ਹੁਣ ਇਹ stdio ਕੀ ਆ ਸਾਡੇ ਕੋਲ ਇੱਕ ਹੈਡਰ ਫਾਈਲ ਆ, .h ਕੀ ਹੋ ਗਈ ਇਹਦੀ ਸਾਡੇ ਕੋਲ ਐਕਸਟੈਂਸ਼ਨ। In this example, stdio.h is a header file and #include is a preprocessor directive ਕਿ ਜਿਹੜੀ ਵੀ ਅਸੀਂ ਐਗਜ਼ਾਮਪਲ ਪੜ੍ਹ ਕੇ ਹਟੇ ਹਾਂ ਉਹਦੇ 'ਚ stdio.h ਕੀ ਆ ਇੱਕ ਹੈਡਰ ਫਾਈਲ ਆ ਅਤੇ #include ਜਿਹੜਾ ਉਹਦੇ ਅੱਗੇ ਲੱਗਾ ਹੋਇਆ ਉਹ ਕੀ ਆ, ਪ੍ਰੀ ਪ੍ਰੋਸੈਸਰ ਡਾਇਰੈਕਟਿਵ। ਯੂਜ਼ਿੰਗ ਦਿਸ ਐਗਜ਼ਾਮਪਲ ਵੀ ਕੈਨ use any of the functions defined in the stdio.h header file in our program ਕਿ ਜਦੋਂ ਵੀ ਅਸੀਂ ਇਹ ਹੈਡਰ ਫਾਈਲ ਯੂਜ਼ ਕਰਦੇ ਹਾਂ ਤਾਂ ਜੋ ਵੀ stdio.h ਦੇ ਫੰਕਸ਼ਨਸ ਨੇ ਉਹ ਯੂਜ਼ ਹੋਣਗੇ। ਸੋ ਦੇਰ ਆਰ ਮੈਨੀ ਹੈਡਰ ਫਾਈਲਸ ਇਨ a C. The header files that will be used in a program depends solely on our requirements in the program ਕਿ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਹੈਡਰ ਫਾਈਲਸ ਨੇ ਸੀ ਦੇ ਵਿੱਚ, ਪਰ ਡਿਪੈਂਡ ਕਰਦਾ ਕਿ ਅਸੀਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਬਣਾ ਰਹੇ ਹਾਂ। ਜਿਸ ਤਰ੍ਹਾਂ ਦਾ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ ਉਹਨਾਂ ਦੇ ਵਾਸਤੇ ਅਸੀਂ ਜਿਹੜੀਆਂ ਡਿਫਰੈਂਟ ਜਿਹੜੀਆਂ ਹੈਡਰ ਫਾਈਲਸ ਨੇ ਉਹ ਯੂਜ਼ ਕਰਾਂਗੇ। ਫੋਲੋਇੰਗ ਆਰ ਦਾ ਹੈਡਰ ਫਾਈਲਸ ਦੈਟ ਆਰ ਯੂਜ਼ਡ ਇਨ C programs. So first is the header file stdio.h. The full form of this header file is standard input output header file ਕਿ ਜਿਹੜੀ ਸਾਡੇ ਕੋਲ stdio. ਹੈ ਕਿ ਉਹਦੀ ਫੁੱਲ ਫੋਰਮ ਕੀ ਆ, ਸਟੈਂਡਰਡ ਇਨਪੁਟ ਆਊਟਪੁੱਟ ਕਿ ਜੋ ਵੀ ਅਸੀਂ ਆਪਣੇ ਸੀ ਲੈਂਗੁਏਜ ਦੇ ਪ੍ਰੋਗਰਾਮ ਦੀ ਇਨਪੁੱਟ ਦੇਣ ਦੇ ਲਈ ਅਤੇ ਆਊਟਪੁੱਟ ਦੇ ਲਈ ਜਿਹੜੇ ਅਸੀਂ ਫੰਕਸ਼ਨਸ ਯੂਜ਼ ਕਰਨੇ ਆ ਅਤੇ ਉਹਨਾਂ ਦੇ ਵਾਸਤੇ ਅਸੀਂ ਜਿਹੜੀ ਫਾਈਲ ਯੂਜ਼ ਕਰਦੇ ਹਾਂ stdio.h. ਦਾ ਫਾਈਲਸ ਕੰਟੇਨ This file contains the functions that can be used for input and output from the standard input output devices ਕਿ ਇਹਨਾਂ ਫਾਈਲਸ ਨੂੰ ਮਤਲਬ ਇਹਦੇ 'ਚ ਕਿਹੜੇ ਫੰਕਸ਼ਨਸ ਚੱਲਦੇ ਨੇ ਜਿਨ੍ਹਾਂ ਤੋਂ ਅਸੀਂ ਇਨਪੁੱਟ ਅਤੇ ਆਊਟਪੁੱਟ ਡਿਵਾਈਸਿਸ ਨੂੰ ਯੂਜ਼ ਕਰਦੇ ਹਾਂ। ਸੋ ਫੋਰ ਐਗਜ਼ਾਮਪਲ scanf ਐਂਡ printf। scanf ਜਿਹੜਾ ਫੰਕਸ਼ਨ ਆ ਉਹ ਅਸੀਂ ਵੈਲਿਊ ਨੂੰ ਇਨਪੁੱਟ ਕਰਾਉਣ ਦੇ ਲਈ ਯੂਜ਼ ਕਰਦੇ ਹਾਂ ਅਤੇ printf ਜਿਹੜਾ ਵਾ ਉਹ ਵੈਲਿਊ ਦੀ ਆਊਟਪੁੱਟ ਦੇ ਵਾਸਤੇ। Next is the header file conio.h. The full form of this header file is console input output header file
ਸੋ conio.h ਦੀ ਫੁੱਲ ਫਾਰਮ ਕੀ ਹੈ ਸਾਡੇ ਕੋਲ, ਕੰਸੋਲ ਇਨਪੁਟ ਆਊਟਪੁੱਟ ਹੈਡਰ ਫਾਈਲ। ਕੰਸੋਲ ਇਜ਼ ਸਕਰੀਨ ਵੇਅਰ ਆਰ ਪ੍ਰੋਗਰਾਮ ਐਗਜ਼ੀਕਿਊਟ। ਕਿ ਕੰਸੋਲ ਦਾ ਮੀਨਿੰਗ ਕੀ ਆ ਕਿ ਉਹ ਸਕਰੀਨ ਆ ਜਿੱਥੇ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਐਗਜ਼ੀਕਿਊਟ ਹੁੰਦਾ ਵਾ। ਦਿਸ ਫਾਈਲ ਕੰਟੇਨ ਦੀ ਫੰਕਸ਼ਨਸ ਦੈਟ ਆਰ ਯੂਜ਼ਡ ਫॉर ਕੰਸੋਲ ਡਿਊਰਿੰਗ ਇਨਪੁਟ ਐਂਡ ਆਊਟਪੁੱਟ। ਫॉर ਐਗਜ਼ਾਮਪਲ ਕਲੀਅਰ ਸਕਰੀਨ ਐਂਡ getch। ਕਲੀਅਰ ਸਕਰੀਨ ਅਤੇ getch ਜਿਹੜੇ ਆ ਉਹ conio.h ਦੇ ਮਤਲਬ ਫੰਕਸ਼ਨਸ ਨੇ। ਇਹਨਾਂ ਦੇ ਨਾਲ ਕੀ ਆ ਕਿ ਕਲੀਅਰ ਸਕਰੀਨ ਅਸੀਂ ਕਾਹਦੇ ਵਾਸਤੇ ਯੂਜ਼ ਕਰਦੇ ਹਾਂ ਕਿ ਜੇ ਪਹਿਲਾਂ ਤੋਂ ਕਿਸੇ ਪ੍ਰੋਗਰਾਮ ਦੀ ਜਿਹੜੀ ਇਨਪੁੱਟ ਚੱਲ ਰਹੀ ਆ, ਜੋ ਵੀ ਆਊਟਪੁੱਟ ਸ਼ੋ ਹੋ ਰਹੀ ਆ, ਤਾਂ ਜਦੋਂ ਸਾਡੇ ਪ੍ਰੋਗਰਾਮ ਦੀ ਆਊਟਪੁੱਟ ਸ਼ੋ ਹੋਏਗੀ ਤਾਂ ਉਹ ਜਿਹੜੀ ਸਕਰੀਨ ਆ ਉਹ ਕਲੀਅਰ ਹੋਏਗੀ। ਤਾਂ getch ਮਤਲਬ ਜਿਹੜੀ ਆਊਟਪੁੱਟ ਨੂੰ ਪ੍ਰੋਡਿਊਸ ਕਰਨ ਦੇ ਲਈ। ਸੋ ਥਰਡ ਇਜ਼ ਦਾ ਹੈਡਰ ਫਾਈਲ math.h। ਦਾ ਫਾਈਲ ਕੰਟੇਨ ਮੈਥਮੈਟੀਕਲਸ ਐਂਡ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੈਟ ਵੀ ਕੈਨ ਯੂਜ਼ ਇਨ ਆਰ ਪ੍ਰੋਗਰਾਮਸ ਫॉर ਮੈਥਮੈਟੀਕਲ ਆਪਰੇਸ਼ਨਸ। ਕਿ math.h ਜਿਹਦੇ ਵਿੱਚ ਮੈਥਮੈਟਿਕਸ ਦੇ ਨਾਲ ਰਿਲੇਟਡ ਜਿੰਨੇ ਵੀ ਫੰਕਸ਼ਨਸ ਨੇ, ਕਿ ਅਗਰ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਮੈਥਮੈਟਿਕਸ ਨਾਲ ਰਿਲੇਟਡ ਬਣਾ ਰਹੇ ਹਾਂ, ਦੈਨ we can use math.h header file. For example square root, power, sin, cos etc। ਕਿ ਅਗਰ ਜਿੰਨੇ ਵੀ ਮੈਥਮੈਟਿਕਸ ਦੇ ਫੰਕਸ਼ਨ ਆ ਵੀ ਅਸੀਂ ਕੋਈ ਟ੍ਰਿਗਨੋਮੈਟਰੀ ਦੇ ਫੰਕਸ਼ਨ ਕਰ ਰਹੇ ਹਾਂ ਤਾਂ ਉਹਦੇ ਵਾਸਤੇ ਅਸੀਂ ਯੂਜ਼ ਕਰਾਂਗੇ math.h। then next is the header file string.h। the header file contains the functions used for the string manipulation operations। ਕਿ ਜੋ ਵੀ ਸਾਡੇ ਕੋਲ ਸਟਰਿੰਗ ਹੈ, ਸਟਰਿੰਗ ਮਤਲਬ ਕਿ ਜਿਹੜੇ ਸਾਡੇ ਕੋਲ ਅਲਫਾਬੈਟਸ ਨੂੰ ਜੋੜ ਕੇ ਪੂਰੇ ਕਰੈਕਟਰਸ ਬਣਦੇ ਆ, ਤਾਂ ਉਹਨਾਂ ਕਰੈਕਟਰਸ ਤੋਂ ਜਿਹੜੇ ਸਾਡੇ ਵਰਡ ਬਣਦੇ ਆ ਉਹਨਾਂ ਵਰਡ ਨੂੰ ਸਟਰਿੰਗ ਬੋਲਿਆ ਜਾਂਦਾ ਵਾ। ਤਾਂ ਉਹਨਾਂ ਸਟਰਿੰਗ ਨੂੰ ਮੈਨੀਪੂਲੇਟ ਕਰਨ ਦੇ ਲਈ ਵਿੱਚ ਜੋ ਅਸੀਂ ਇੱਕ ਪੂਰਾ ਇੱਕ ਵਰਡ ਲਿਖਿਆ ਵਾ, ਉਸ ਵਰਡ ਦਾ ਮਤਲਬ ਉਹਨੂੰ ਸੀ ਲੈਂਗੁਏਜ 'ਚ ਅਸੀਂ ਸਟਰਿੰਗ ਨਾਲ ਡਿਨੋਟ ਕਰਦੇ ਹਾਂ ਕਿ ਉਹਦੀ ਕਿੰਨੀ ਲੈਂਥ ਆ। ਸਟਰਿੰਗ ਲੈਂਥ strlen ਫੰਕਸ਼ਨ ਜਿਹੜਾ ਯੂਜ਼ ਕੀਤਾ ਜਾਂਦਾ। ਅਗਰ ਉਹਦੀ ਕਾਪੀ ਕਰਨਾ ਚਾਹੁੰਦੇ ਆ ਤਾਂ ਸਟਰਿੰਗ ਕਾਪੀ, ਦੈਨ ਸਟਰਿੰਗ ਅੱਪਰ, ਸਟਰਿੰਗ ਲੋਅਰ। ਸੋ ਇਸੇ ਤਰ੍ਹਾਂ ਦੇ ਅਸੀਂ ਜਿਹੜੇ ਫੰਕਸ਼ਨਸ ਆ ਉਹ ਸਟਰਿੰਗ ਦੇ ਫਾਈਲ ਦੇ ਵਿੱਚ ਯੂਜ਼ ਕਰਦੇ ਹਾਂ। ਟੂ ਯੂਜ਼ ਐਨੀ ਲਾਈਬ੍ਰੇਰੀ ਫੰਕਸ਼ਨਸ ਵੀ ਮਸਟ ਯੂਜ਼ ਰਿਸਪੈਕਟਿਵ ਹੈਡਰ ਫਾਈਲ ਵਿਦ ਪ੍ਰੀ ਪ੍ਰੋਸੈਸਰ ਡਾਇਰੈਕਟਿਵ ਹੈਸ਼ ਇਨਕਲੂਡ ਇਨ ਆਰ ਪ੍ਰੋਗਰਾਮ। ਕਿ ਅਗਰ ਅਸੀਂ ਕੋਈ ਵੀ ਜਿਹੜੀ ਆਪਣੇ ਮਤਲਬ ਲਾਈਬ੍ਰੇਰੀ ਫੰਕਸ਼ਨਸ ਇਹਨਾਂ ਨੂੰ ਯੂਜ਼ ਕਰਨਾ ਚਾਹੁੰਦੇ ਹਾਂ, ਹੈਡਰ ਫਾਈਲਸ ਯੂਜ਼ ਕਰਨਾ ਚਾਹੁੰਦੇ ਹਾਂ, ਦੈਨ ਉਹਨਾਂ ਨੂੰ ਕਿਹਨਾਂ ਦੇ ਨਾਲ ਸਟਾਰਟ ਕੀਤਾ ਜਾਊਗਾ, ਜਿਹੜਾ ਪ੍ਰੀ ਪ੍ਰੋਸੈਸਰ ਡਾਇਰੈਕਟਿਵ ਆ ਹੈਸ਼ ਇਨਕਲੂਡ ਦੇ ਨਾਲ ਹਰ ਇੱਕ ਫਾਈਲ ਜਿਹੜੀ ਆ ਉਹ ਲਿਖੀ ਜਾਏਗੀ। ਕਿਉਂਕਿ ਬਿਨਾਂ ਹੈਸ਼ ਇਨਕਲੂਡ ਤੋਂ ਸਾਡੀ ਕੋਈ ਵੀ ਜਿਹੜੀ ਫਾਈਲ ਆ ਉਹਨੂੰ ਰਾਈਟ ਨਹੀਂ ਕੀਤਾ ਜਾ ਸਕਦਾ। ਸੋ ਨੈਕਸਟ ਇਜ਼ ਇਨਪੁਟ ਐਂਡ ਆਊਟਪੁੱਟ ਸਟੇਟਮੈਂਟਸ ਇਨ ਸੀ। ਇਨਪੁਟ ਐਂਡ ਆਊਟਪੁੱਟ ਸਟੇਟਮੈਂਟਸ ਪ੍ਰੋਵਾਈਡ ਇੰਟਰੈਕਸ਼ਨਸ ਬਿਟਵੀਨ ਪ੍ਰੋਗਰਾਮ ਐਂਡ ਯੂਜ਼ਰਸ। ਕਿ ਜੋ ਵੀ ਇਨਪੁਟ ਐਂਡ ਆਊਟਪੁੱਟ ਸਟੇਟਮੈਂਟਸ ਅਸੀਂ ਯੂਜ਼ ਕਰਦੇ ਹਾਂ ਉਹ ਕੀ ਕਰਦੀਆਂ ਨੇ, ਇੰਟਰੈਕਸ਼ਨਸ ਪਰ ਕ੍ਰੀਏਟ ਕਰਦੀਆਂ ਨੇ ਕਿਹਦੇ ਵਿਚਕਾਰ, ਪ੍ਰੋਗਰਾਮ ਦੇ ਅਤੇ ਯੂਜ਼ਰ ਦੇ। ਯੂਜ਼ਿੰਗ ਇਨਪੁਟ ਸਟੇਟਮੈਂਟਸ ਯੂਜ਼ਰ ਪ੍ਰੋਵਾਈਡ ਇਨਪੁਟ ਟੂ ਪ੍ਰੋਗਰਾਮ ਐਂਡ ਯੂਜ਼ਿੰਗ ਆਊਟਪੁੱਟ ਸਟੇਟਮੈਂਟਸ ਆਊਟਪੁੱਟ ਇਜ਼ ਡਿਸਪਲੇਡ ਬਾਏ ਦਾ ਪ੍ਰੋਗਰਾਮ ਟੂ ਯੂਜ਼ਰ। ਕਿ ਇਨਪੁਟ ਸਟੇਟਮੈਂਟਸ ਦੇ ਨਾਲ ਕੀ ਆ, ਜਿਹੜੀ ਇਨਪੁਟ ਆ ਉਹ ਪ੍ਰੋਗਰਾਮ ਨੂੰ ਪ੍ਰੋਵਾਈਡ ਕੀਤੀ ਜਾਂਦੀ ਆ, ਯੂਜ਼ਰ ਜਿਹੜੀਆਂ ਵੀ ਇਨਪੁਟ ਦਿੰਦਾ ਵਾ। ਦੈਨ ਸੇਮ ਇਸੇ ਤਰ੍ਹਾਂ ਆਊਟਪੁੱਟ ਫੰਕਸ਼ਨਸ ਦੇ ਨਾਲ ਕੀ ਆ, ਜਿਹੜੀ ਆਊਟਪੁੱਟ ਆ ਉਹ ਡਿਸਪਲੇ ਕੀਤੀ ਜਾਂਦੀ ਆ। ਸੋ ਆਲ ਦੀ ਇਨਪੁਟ ਐਂਡ ਆਊਟਪੁੱਟ ਆਪਰੇਸ਼ਨਸ ਇਨ ਸੀ all the input and output operations in C program and carried out using predefined functions। ਕਿ ਜਿੰਨੇ ਵੀ ਸਾਡੇ ਕੋਲ ਇਨਪੁਟ ਆਊਟਪੁੱਟ ਆਪਰੇਸ਼ਨਸ ਨੇ ਮਤਲਬ ਉਹ ਕਿਹਨਾਂ ਨਾਲ ਯੂਜ਼ ਕੀਤੇ ਜਾਂਦੇ ਨੇ, ਪ੍ਰੀਡਿਫਾਈਨਡ ਫੰਕਸ਼ਨਸ। although there are many formatted and unformatted input output statements provided by the C library। ਕਿ ਬਹੁਤ ਸਾਰੇ ਜਿਹੜੇ ਫਾਰਮੈਟਡ ਜਾਂ ਕਿ ਬਹੁਤ ਸਾਰੇ ਫਾਰਮੈਟਡ ਅਤੇ ਅਨਫਾਰਮੈਟਡ ਜਿਹੜੀਆਂ ਇਨਪੁਟ ਆਊਟਪੁੱਟ ਸਟੇਟਮੈਂਟਸ ਆ ਉਹ ਸੀ ਲੈਂਗੁਏਜ ਦੇ ਸੀ ਲਾਈਬ੍ਰੇਰੀ ਦੇ ਦੁਆਰਾ ਪ੍ਰੋਵਾਈਡ ਕੀਤੀਆਂ ਜਾਂਦੀਆਂ। ਕਹਿੰਦੇ ਬਟ ਨਾਰਮਲੀ ਦਿਸ ਇਨਪੁਟ ਆਊਟਪੁੱਟ ਆਪਰੇਸ਼ਨ ਇਜ਼ ਕੈਰੀਡ ਆਊਟ ਯੂਜ਼ਿੰਗ ਸਕੈਨਐਫ ਐਂਡ ਪ੍ਰਿੰਟਐਫ ਫਾਰਮੈਟਡ ਫੰਕਸ਼ਨਸ। ਕਿ ਜ਼ਿਆਦਾਤਰ ਜਿਹੜੇ ਦੋ ਫੰਕਸ਼ਨ ਹੀ ਯੂਜ਼ ਕੀਤੇ ਜਾਂਦੇ ਆ, ਦੈਟ ਇਜ਼ ਦਾ ਸਕੈਨਐਫ ਐਂਡ ਪ੍ਰਿੰਟਐਫ। ਸੋ ਕੰਸੀਡਰ ਦੀ ਫੋਲੋਇੰਗ ਡਾਇਗ੍ਰਾਮ ਵਿਚ ਸ਼ੋਜ਼ ਦੀ ਪਰਪਜ਼ ਆਫ ਇਨਪੁਟ ਐਂਡ ਆਊਟਪੁੱਟ ਸਟੇਟਮੈਂਟਸ ਇਨ ਅ ਸੀ ਪ੍ਰੋਗਰਾਮ। ਕਿ ਕੋਈ ਵੀ ਇਨਪੁਟ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾ ਰਹੀ ਆ ਅਤੇ ਉਹਦੇ ਨਾਲ ਫੰਕਸ਼ਨ ਕਿਹੜਾ ਵਰਕ ਕਰ ਰਿਹਾ, ਸਕੈਨਐਫ ਫੰਕਸ਼ਨ। ਤਾਂ ਜੋ ਵੀ ਉਹਨੇ ਸਕੈਨਐਫ ਫੰਕਸ਼ਨ ਦੇ ਨਾਲ ਜਿਹੜੀ ਇਨਪੁਟ ਆ ਮਤਲਬ ਉਹਦਾ ਲੈ ਕੇ ਤਾਂ ਪ੍ਰੋਗਰਾਮ ਜਿਹੜਾ ਉਹ ਰਾਈਟ ਕੀਤਾ ਗਿਆ। ਦੈਨ ਉਸ ਤੋਂ ਬਾਅਦ ਜਿਹੜੀ ਪ੍ਰੋਗਰਾਮ ਨੂੰ ਐਗਜ਼ੀਕਿਊਟ ਹੋਣ ਤੋਂ ਬਾਅਦ ਜੋ ਵੀ ਸਾਡੇ ਕੋਲ ਆਊਟਪੁੱਟ ਹੋਏਗੀ ਉਹ ਆਊਟਪੁੱਟ ਕਿਹੜੇ ਫੰਕਸ਼ਨ ਦੇ ਦੁਆਰਾ ਸ਼ੋ ਕੀਤੀ ਜਾਏਗੀ, ਪ੍ਰਿੰਟ ਐਫ ਫੰਕਸ਼ਨ ਦਾ ਕੰਮ ਹੋਏਗਾ। ਦੈਨ ਉਹਦੀ ਆਊਟਪੁੱਟ ਸਾਨੂੰ ਸਕਰੀਨ 'ਤੇ ਸ਼ੋ ਹੋਏਗੀ। ਸੋ ਨਾਓ ਵੀ ਸ਼ੈਲ ਡਿਸਕਸ these two commonly used input and output library functions in C program। So that is first is scanf and second is printf function।
So first is printf function in C language. In C programming language, printf function is used to print the character, string, float, integer, octal and hexadecimal values. ਕਿ ਜਿਹੜਾ printf ਫੰਕਸ਼ਨ ਯੂਜ਼ ਕੀਤਾ ਜਾਂਦਾ ਵੈਲਿਊਜ਼ ਨੂੰ ਪ੍ਰਿੰਟ ਕਰਨ ਦੇ ਲਈ, ਚਾਹੇ ਕੋਈ ਇੱਕ ਨੋਰਮਲ ਸਿੰਗਲ ਕਰੈਕਟਰ ਹੋਵੇ, ਚਾਹੇ ਸਟਰਿੰਗ ਹੋਣ, ਚਾਹੇ ਫਲੋਟਿੰਗ ਜਿਹੜੀਆਂ ਡੈਸੀਮਲ ਵਾਲੇ ਮਤਲਬ ਸਾਡੇ ਕੋਲ ਵੈਲਿਊਜ਼ ਨੇ, ਉਹਨਾਂ ਸਭ ਨੂੰ ਪ੍ਰਿੰਟ ਕਰਨ ਦੇ ਲਈ ਫੰਕਸ਼ਨ ਯੂਜ਼ ਕੀਤਾ ਜਾਂਦਾ printf ਔਨ ਦੀ ਆਊਟਪੁੱਟ ਸਕਰੀਨ। ਸੋ ਸੈਕਿੰਡ ਇਜ਼ ਵੀ ਯੂਜ਼ printf ਫੰਕਸ਼ਨ ਵਿਦ %d ਫਾਰਮੈਟ ਸਪੈਸੀਫਾਇਰ ਟੂ ਡਿਸਪਲੇ ਦੀ ਵੈਲਿਊ ਆਫ ਐਨ ਇੰਟੀਜ਼ਰ ਵੇਰੀਏਬਲ। ਕਿ ਜਦੋਂ ਵੀ ਅਸੀਂ ਆਪਣਾ printf ਫੰਕਸ਼ਨ ਯੂਜ਼ ਕਰਦੇ ਹਾਂ ਅਤੇ ਉਹਦੇ ਨਾਲ ਜਿਹੜੇ ਮਤਲਬ ਅਸੀਂ ਵੈਲਿਊ ਨੂੰ ਅਸਾਈਨ ਕਰਦੇ ਹਾਂ, ਜਿਹੜਾ ਕੋਈ ਵੀ ਵੇਰੀਏਬਲ ਯੂਜ਼ ਕਰਦੇ ਹਾਂ ਇੰਟੀਜ਼ਰ ਵੇਰੀਏਬਲ, ਤਾਂ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ %d। ਇਸੇ ਤਰ੍ਹਾਂ ਅਗਰ ਕਰੈਕਟਰ ਨੂੰ ਡਿਸਪਲੇ ਕਰਵਾਉਣਾ ਤਾਂ %c। ਸੇਮ ਐਜ਼ ਅਗਰ ਅਸੀਂ ਫਲੋਟ ਵੈਰੀਏਬਲ ਨੂੰ ਕਰਵਾਉਣਾ ਵਾ ਤਾਂ %f। ਸੇਮ ਇਸੇ ਤਰ੍ਹਾਂ %s ਫॉर ਸਟਰਿੰਗ ਦੇ ਲਈ। ਸੋ ਜਿਵੇਂ ਵੀ ਅਸੀਂ ਆਪਣੀ ਜਿਹੜੀ ਵੈਲਿਊ ਆ ਉਹਨੂੰ ਅਸਾਈਨ ਕਰਵਾਉਣਾ ਹੋਵੇ ਤਾਂ ਉਹਦੇ ਨਾਲ ਰਿਲੇਟਡ ਜਿਹੜੇ ਮਤਲਬ ਅਸੀਂ ਆਪਣੇ ਫਾਰਮੈਟ ਸਪੈਸੀਫਾਇਰ ਆ ਉਹਨਾਂ ਨੂੰ ਯੂਜ਼ ਕਰਦੇ ਹਾਂ। ਸੋ ਟੂ ਜਨਰੇਟ ਆ ਨਿਊ ਲਾਈਨ ਵੀ ਯੂਜ਼ \n ਇਨ C printf ਸਟੇਟਮੈਂਟ। ਕਿ ਅਗਰ ਅਸੀਂ ਨੈਕਸਟ ਲਾਈਨ ਦੇ ਵਿੱਚ ਆਪਣੀ ਆਊਟਪੁੱਟ ਜਿਹੜੀ ਆ ਉਹ ਲੈਣੀ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਯੂਜ਼ ਕਰਦੇ ਹਾਂ \n। C ਲੈਂਗੁਏਜ ਇਜ਼ ਅ ਕੇਸ ਸੈਂਸਿਟਿਵ। ਕਿ C ਲੈਂਗੁਏਜ ਕੀ ਆ, ਇੱਕ ਕੇਸ ਸੈਂਸਿਟਿਵ ਲੈਂਗੁਏਜ ਆ, ਜਿਹਦੇ ਬਾਰੇ ਆਪਾਂ ਪਿੱਛੇ ਵੀ ਮਤਲਬ ਰੀਡ ਕਰ ਚੁੱਕੇ ਹਾਂ ਆਪਣੇ ਚੈਪਟਰ ਦੇ ਵਿੱਚ। ਕਿ ਇਹਦੇ ਵਿੱਚ ਜੋ ਵੀ ਅਸੀਂ ਜਿਹੜੇ ਆਪਣਾ ਪ੍ਰੋਗਰਾਮ ਰਾਈਟ ਕਰਦੇ ਹਾਂ, ਜਿਹੜੇ ਫੰਕਸ਼ਨ ਮੇਨਲੀ ਯੂਜ਼ ਕਰਦੇ ਹਾਂ, ਕਿ ਉਹਨਾਂ ਨੂੰ ਸਮੋਲ ਲੈਟਰਸ ਦੇ ਵਿੱਚ ਹੀ ਲਿਖਿਆ ਜਾਵੇ, ਲੋਅਰ ਕੇਸ ਵਿੱਚ ਹੀ ਰਾਈਟ ਕੀਤਾ ਜਾਵੇ। ਕਿ ਅਗਰ ਅਸੀਂ ਅੱਪਰ ਕੇਸ ਵਿੱਚ ਰਾਈਟ ਕਰਾਂਗੇ ਤਾਂ ਉਹਦਾ ਜਿਹੜਾ ਮੀਨਿੰਗ ਆ ਉਹ ਡਿਫਰੈਂਟ ਹੋਏਗਾ। ਫੋਰ ਐਗਜ਼ਾਮਪਲ printf ਐਂਡ scanf ਆਰ ਦਾ ਡਿਫਰੈਂਟ ਫਰੋਮ। ਕਿ ਜਦੋਂ ਉਹਨੂੰ ਕੈਪੀਟਲਸ ਦੇ ਵਿੱਚ ਲਿਖਣਾ printf ਐਂਡ scanf, ਆਲ ਕਰੈਕਟਰਸ printf ਐਂਡ scanf ਫੰਕਸ਼ਨ ਮਸਟ ਬੀ ਇਨ ਅ ਲੋਅਰ ਕੇਸ। Then next is scanf function in C language. In C programming language, scanf function is used to read character, string, numeric data from keyboard. ਕਿ ਜੋ ਵੀ ਮਤਲਬ ਸਾਡਾ ਕਰੈਕਟਰ ਹੈ ਜਾਂ ਸਟਰਿੰਗ ਆ, ਮਤਲਬ ਉਹਨੂੰ ਜਦੋਂ ਕੀਬੋਰਡ ਤੋਂ ਟਾਈਪ ਕੀਤਾ ਜਾਂਦਾ ਤਾਂ ਉਹਨੂੰ ਰੀਡ ਕਰਨ ਦੇ ਲਈ ਕਿਹੜਾ ਫੰਕਸ਼ਨ ਯੂਜ਼ ਕੀਤਾ ਜਾਂਦਾ, scanf। ਕੰਸੀਡਰ below example program where use enters a character, this value is assigned to the variable ch। ਕਿ ਜਦੋਂ ਵੀ ਮਤਲਬ ਅਸੀਂ ਆਪਣੀ ਕਰੈਕਟਰ ਟਾਈਪ ਜਿਹੜੀ ਵੈਲਿਊ ਯੂਜ਼ ਕਰਨੀ ਆ ਤਾਂ ਉਹਦੇ ਵਿੱਚ ਅਸੀਂ ਪ੍ਰੋਗਰਾਮ ਦੇ ਵਿੱਚ ਯੂਜ਼ ਕਰਾਂਗੇ ਕੈਰ ch, ਮਤਲਬ ਕੈਰ ਕਰੈਕਟਰ ਅਤੇ ch ਉਹਨੂੰ ਡਿਕਲੇਅਰ ਕਰਨ ਦੇ ਲਈ। ਸੋ ਦੈਨ ਯੂਜ਼ਰ ਐਂਟਰਸ ਆ ਸਟਰਿੰਗ, ਦੈਨ ਦਿਸ ਵੈਲਿਊ ਇਜ਼ ਅਸਾਈਨ ਟੂ ਦਾ ਵੇਰੀਏਬਲ str। ਕਿ ਅਗਰ ਅਸੀਂ ਸਟਰਿੰਗ ਦੀ ਜਗ੍ਹਾ 'ਤੇ ਆਪਣਾ ਜਿਹੜੀਆਂ ਕਰੈਕਟਰ ਦੀ ਜਗ੍ਹਾ 'ਤੇ ਸਟਰਿੰਗ ਮਤਲਬ ਲੈਣਾ ਚਾਹੁੰਦੇ ਹਾਂ, ਦੈਨ ਅਸੀਂ ਉਹਦੇ ਵਾਸਤੇ ਯੂਜ਼ ਕਰਾਂਗੇ str। ਸਟਰਿੰਗ ਕਰੈਕਟਰ ਦੇ ਵਿੱਚ ਹੋਏਗਾ ਇੱਕ ਸਿੰਗਲ ਸਾਡੇ ਕੋਲ ਅੱਖਰ, ਅਤੇ ਸਟਰਿੰਗ ਸਾਡੇ ਕੋਲ ਜਿਹੜੇ ਪੂਰੇ ਕੋਈ ਵੀ ਸਾਡੇ ਕੋਲ ਜਿਹੜਾ ਵਰਡ ਆ ਉਹ ਬਣਿਆ ਹੋਇਆ ਹੋਏਗਾ।